ਹੈਲੋ ਡੀਅਰ ਸਟੂਡੈਂਟਸ, ਅੱਜ ਆਪਾਂ ਪੰਜਾਬੀ ਸਾਹਿਤ ਵਿੱਚ ਇੱਕ ਨਵਾਂ ਬਿੰਦੂ ਸ਼ੁਰੂ ਕਰਾਂਗੇ। ਪੰਜਾਬੀ ਸਾਹਿਤ ਰੂਪ, ਵਿਧਾਨ ਅਤੇ ਇਤਿਹਾਸ, ਇਹਦੇ 3 ਭਾਗ ਸਨ। ਪਹਿਲਾ ਭਾਗ ਸੀ ਆਪਣਾ ਸਾਹਿਤ ਦੇ ਰੂਪ। ਸਾਹਿਤ ਦੇ ਰੂਪ ਦੇ ਅੱਗੇ 7 ਭਾਗ ਸੀ: ਕਵਿਤਾ, ਗੀਤ, ਇਕਾਂਗੀ, ਗਜ਼ਲ, ਨਾਟਕ, ਨਿੱਕੀ ਕਹਾਣੀ, ਰੇਖਾ ਚਿੱਤਰ। ਸਾਹਿਤ ਰੂਪ ਦੇ 7 ਭਾਗ ਸਨ। ਜਿਹੜਾ ਪੰਜਾਬੀ ਸਾਹਿਤ ਹੈ ਦੇ 3 ਭਾਗ, ਪਹਿਲਾ ਭਾਗ ਹੈ ਜੀ ਸਾਹਿਤ ਰੂਪ ਦੇ, ਆਪਾਂ 7 ਭਾਗ ਕਰ ਲਏ। ਫਿਰ ਸੀ ਆਪਣਾ ਦੂਜਾ ਬਿੰਦੂ ਰਸ, ਅਤੇ ਹੁਣ ਆਪਣਾ ਤੀਜਾ ਬਿੰਦੂ ਹੈ ਜੀ ਪੰਜਾਬੀ ਸਾਹਿਤ ਦਾ ਸੰਖੇਪ ਇਤਿਹਾਸ ਆਧੁਨਿਕ ਕਾਲ ਦਾ। ਹੁਣ ਆਪਾਂ ਸ਼ੁਰੂ ਕਰਦੇ ਹਾਂ ਪੰਜਾਬੀ ਸਾਹਿਤ ਦਾ ਸੰਖੇਪ ਦੇ ਵਿੱਚ ਇਤਿਹਾਸ, ਜਿਹੜਾ ਕਿ ਆਪਣਾ ਇਹਦੇ 5 ਟੌਪਿਕ ਹਨ। ਪੇਪਰ ਦੇ ਵਿੱਚ ਇਹ ਪ੍ਰਸ਼ਨ 7 ਨੰਬਰ ਦਾ ਆਉਂਦਾ ਹੈ। ਬੋਰਡ ਦੀ ਪ੍ਰੀਖਿਆ ਦੇ ਵਿੱਚ ਇਹ ਪ੍ਰਸ਼ਨ ਆਪਾਂ ਨੂੰ 7 ਨੰਬਰ ਦਿਵਾਵੇਗਾ। ਸ਼ੁਰੂ ਕਰਦੇ ਹਾਂ ਆਪਣਾ ਪੰਜਾਬੀ ਸਾਹਿਤ ਦਾ ਸੰਖੇਪ ਦੇ ਵਿੱਚ ਇਤਿਹਾਸ ਦਾ। ਸਾਰਿਆਂ ਨਾਲੋਂ ਪਹਿਲਾ ਬਿੰਦੂ ਹੈ ਪੰਜਾਬੀ ਸਾਹਿਤ ਦੇ ਇਤਿਹਾਸ ਦਾ ਜੀ ਕਵਿਤਾ। ਪੰਜਾਬੀ ਕਵਿਤਾ ਦਾ ਇਤਿਹਾਸ ਗੱਲ ਕਰਾਂਗੇ। ਸਾਰਿਆਂ ਨਾਲੋਂ ਪਹਿਲਾਂ ਪੰਜਾਬੀ ਕਵਿਤਾ ਦੇ ਇਤਿਹਾਸ ਦੀ ਸ਼ੁਰੂ ਕਰਦੇ ਹਾਂ। ਆਧੁਨਿਕ ਸੰਵੇਦਨਾ ਅਤੇ ਆਧੁਨਿਕ ਬੋਧ ਸ਼ਬਦ ਦਾ ਪ੍ਰਯੋਗ ਉਸ ਗਿਆਨ ਨਾਲ ਸੰਬੰਧ ਰੱਖਦਾ ਹੈ ਜਿਹੜਾ ਨਵੇਂ ਉਦਯੋਗਿਕ ਯੁੱਗ ਤੋਂ ਪ੍ਰਾਪਤ ਹੋ ਰਿਹਾ ਹੈ। ਸਾਰੇ ਸੰਸਾਰ ਵਿੱਚ ਆਧੁਨਿਕਤਾ ਨੇ 19ਵੀਂ ਸਦੀ ਤੋਂ ਬਾਅਦ ਜ਼ੋਰ ਫੜਿਆ। ਇਸ ਨੇ ਪਿਛਲੇ ਅੱਧ ਵਿੱਚ ਮਸ਼ੀਨੀਕਰਨ ਹੋਣ ਨਾਲ ਰੱਬ ਅਤੇ ਕੁਦਰਤ ਬਾਰੇ ਮਨੁੱਖ ਦੇ ਵਿਚਾਰਾਂ ਵਿੱਚ ਬਦਲਾਵ ਆਇਆ। ਫਿਰ ਅੰਗਰੇਜ਼ਾਂ ਦੇ ਆਉਣ ਨਾਲ ਇਹ ਨਵੀਂ ਜੀਵਨ ਜਾਚ ਤੇ ਨਜ਼ਰੀਆ ਪੰਜਾਬੀ ਵਿੱਚ ਆਇਆ। ਇਸ ਤਰ੍ਹਾਂ ਪੰਜਾਬੀ ਸਾਹਿਤ ਵਿੱਚ ਖਾਸ ਕਰਕੇ ਕਵਿਤਾ ਆਧੁਨਿਕਤਾ ਤੋਂ ਜ਼ਿਆਦਾ ਪ੍ਰਭਾਵਿਤ ਹੋਈ। ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਭਾਈ ਵੀਰ ਸਿੰਘ ਜੀ ਨੂੰ ਮੰਨਿਆ ਜਾਂਦਾ ਹੈ। ਆਧੁਨਿਕ ਪੰਜਾਬੀ ਕਵਿਤਾ ਦੇ ਜਨਮ ਤੇ ਵਿਕਾਸ ਸੰਬੰਧੀ ਵੇਰਵਾ ਹੇਠ ਲਿਖੇ ਅਨੁਸਾਰ ਹੈ। ਸ਼ੁਰੂ ਕਰਦੇ ਹਾਂ ਸਾਰਿਆਂ ਨਾਲੋਂ ਪਹਿਲਾ ਦੌਰ। ਪਹਿਲੇ ਦੌਰ ਦੇ ਵਿੱਚ ਸਾਰਿਆਂ ਨਾਲੋਂ ਪਹਿਲਾਂ ਆਪਾਂ ਲਵਾਂਗੇ ਭਾਈ ਵੀਰ ਸਿੰਘ। 1872 ਤੋਂ ਲੈ ਕੇ 1957 ਤੱਕ ਦਾ ਇਹਨਾਂ ਦਾ ਜਿਹੜਾ ਸਮਾਂ ਸੀ। ਭਾਈ ਵੀਰ ਸਿੰਘ ਆਧੁਨਿਕ ਕਵਿਤਾ ਦਾ ਜਨਮਦਾਤਾ ਹੋਣ ਦੇ ਨਾਲ ਨਾਲ ਨਵ ਰਹੱਸਵਾਦੀ ਕਾਵਿ ਪ੍ਰਵਿਰਤੀ ਨਾਲ ਸੰਬੰਧ ਰੱਖਦਾ ਹੈ। ਉਹ ਵਿਸ਼ੇ ਵਸਤੂ ਅਤੇ ਤਕਨੀਕੀ ਕਲਾ ਕੁਸ਼ਲਤਾ ਦੀ ਦ੍ਰਿਸ਼ਟੀ ਤੋਂ ਵਿਸ਼ੇਸ਼ ਸਥਾਨ ਰੱਖਦਾ ਹੈ। ਭਾਈ ਵੀਰ ਸਿੰਘ ਨੂੰ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਹੋਣ ਦਾ ਮਾਣ ਪ੍ਰਾਪਤ ਹੈ। ਕੰਬ ਦੀ ਕਲਾਈ, ਮੇਰੇ ਸਾਈਂ ਜੀਓ, ਲਹਿਰਾਂ ਦੇ ਹਾਰ, ਮਟਕ ਹੁਲਾਰੇ ਤੇ ਅੰਤ ਵਿੱਚ ਹੈ ਕੰਤ ਸਹੇਲੀ ਆਦਿ ਉਸ ਦੀਆਂ ਪ੍ਰਸਿੱਧ ਰਚਨਾਵਾਂ ਹਨ। ਭਾਈ ਵੀਰ ਸਿੰਘ ਨੂੰ ਕੁਦਰਤ ਨਾਲ ਡੂੰਘਾ ਪਿਆਰ ਹੋਣ ਕਰਕੇ ਉਹਨਾਂ ਨੇ ਕੁਦਰਤ ਦੀ ਹਰ ਚੀਜ਼ ਵਿੱਚ ਪਰਮਾਤਮਾ ਨੂੰ ਦੇਖਿਆ। ਜਿਵੇਂ ਕਿ ਮੇਰੇ ਸਾਈਂ ਜੀਓ ਕਵਿਤਾ ਵਿੱਚ ਉਹ ਰੱਬ ਨੂੰ ਇਸ ਤਰ੍ਹਾਂ ਆਵਾਜ਼ ਮਾਰਦਾ ਹੈ: ਤੂੰ ਸਮਰੱਥ ਸ਼ਕਤੀਆਂ ਵਾਲਾ, ਜੋ ਚਾਹੇ ਕਰ ਸਕੇ ਸੁਖਾਲਾ, ਫਿਰ ਤੂੰ ਮੇਰਾ ਤਰਸਾਂ ਵਾਲਾ, ਕਰ ਛੇਤੀ ਮਿਲ ਵੇਲਾਓ। ਅਗਲਾ ਹੈ ਜੀ ਦੂਜਾ ਆਪਣਾ ਕਵੀ ਲਵਾਂਗੇ। ਪਹਿਲੇ ਦੌਰ ਦੇ ਦੂਜੇ ਕਵੀ ਹਨ ਪ੍ਰੋਫੈਸਰ ਪੂਰਨ ਸਿੰਘ। ਪਹਿਲੇ ਕਵੀ ਸਨ ਆਪਣੇ ਜਿਹੜੇ ਮੋਢੀ ਭਾਈ ਵੀਰ ਸਿੰਘ। ਹੁਣ ਆਪਾਂ ਲਵਾਂਗੇ ਦੂਜੇ ਕਵੀ ਪ੍ਰੋਫੈਸਰ ਪੂਰਨ ਸਿੰਘ। 1881 ਤੋਂ
1931। ਪ੍ਰੋਫੈਸਰ ਪੂਰਨ ਸਿੰਘ ਨੂੰ ਪੰਜਾਬ ਦਾ 6ਵਾਂ ਦਰਿਆ ਹੋਣ ਦਾ ਮਾਣ ਪ੍ਰਾਪਤ ਹੈ। ਉਹ ਰੋਮਾਂਸਵਾਦੀ ਕਵੀ ਹੈ। ਉਸਨੇ ਪਹਿਲੀ ਵਾਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਕਵਿਤਾ ਵਿੱਚ ਗੱਲ ਕੀਤੀ, ਪਰ ਨਾਲ ਹੀ ਉਸ ਦੀ ਕਵਿਤਾ 'ਚ ਅਧਿਆਤਮਕਤਾ ਦਾ ਰੰਗ ਵੀ ਦੇਖਣ ਨੂੰ ਮਿਲਦਾ ਹੈ। ਪ੍ਰੋਫੈਸਰ ਪੂਰਨ ਸਿੰਘ ਨੇ 3 ਪ੍ਰਮੁੱਖ ਕਾਵਿ ਸੰਗ੍ਰਹਿ ਪੰਜਾਬੀ ਕਾਵਿ ਜਗਤ ਨੂੰ ਦਿੱਤੇ ਹਨ: ਖੁੱਲ੍ਹੇ ਮੈਦਾਨ, ਖੁੱਲ੍ਹੇ ਘੁੰਡ ਅਤੇ ਖੁੱਲ੍ਹੇ ਅਸਮਾਨੀ ਰੰਗ। ਉਸ ਦੀ ਕਵਿਤਾ ਅਧਿਆਤਮਕ ਛੂਹਾਂ ਨਾਲ ਭਰਪੂਰ ਹੈ, ਜਿਵੇਂ ਮੈਂ ਪਤੰਗ ਕਿਸੇ ਦੀ ਡੋਰਾਂ ਵਾਲਾ ਖਿੱਚਦਾ, ਪਤੰਗਾ ਪਈ ਚੜ੍ਹਦੀ ਉੱਚੀ ਹਵਾ ਵਿੱਚ। ਇਹ ਸਨ ਪਹਿਲੇ ਦੌਰ ਦੇ ਦੂਜੇ ਕਵੀ। ਤੀਜੇ ਕਵੀ ਹਨ ਧਨੀ ਰਾਮ ਚਾਤ੍ਰਿਕ, 1876 ਤੋਂ 1954। ਧਨੀ ਰਾਮ ਚਾਤ੍ਰਿਕ ਪੰਜਾਬੀ ਕਵਿਤਾ ਵਿੱਚ ਸਾਂਸਕ੍ਰਿਤਿਕ ਚੇਤਨਾ ਦਾ ਕਵੀ ਹੈ, ਪਰ ਉਸਨੇ ਕੁਝ ਕੁ ਰਹੱਸਵਾਦੀ ਕਵਿਤਾਵਾਂ ਵੀ ਲਿਖੀਆਂ ਹਨ, ਜਿਵੇਂ ਰਾਧਾ ਸੰਦੇਸ਼, ਸੀਤਾ ਸੰਦੇਸ਼ ਅਤੇ ਭਗਵਾਨ। ਸ਼ੁਰੂ ਵਿੱਚ ਉਸਨੇ ਕਿੱਸੇ ਲਿਖੇ, ਪਰ ਉਸ ਨੂੰ ਛੋਟੀਆਂ ਕਵਿਤਾਵਾਂ ਕਰਕੇ ਵਧੇਰੀ ਪ੍ਰਸਿੱਧੀ ਹਾਸਲ ਹੋਈ। ਉਸ ਦੇ ਪ੍ਰਸਿੱਧ ਕਾਵਿ ਸੰਗ੍ਰਹਿ ਚੰਦਨਵਾੜੀ, ਕੇਸਰ ਕਿਆਰੀ, ਨਵਾਂ ਜਹਾਨ ਅਤੇ ਸੂਫੀ ਖਾਨਾ ਆਦਿ। ਧਨੀ ਰਾਮ ਚਾਤ੍ਰਿਕ ਦਾ ਵਿਸ਼ਾ ਸੁਧਾਰਵਾਦੀ ਹੈ। ਆਪ ਵੀ ਕਵਿਤਾ ਵਿੱਚ ਪੰਜਾਬ ਦੇ ਲੋਕ ਇਤਿਹਾਸ, ਸੱਭਿਆਚਾਰ ਅਤੇ ਬੋਲੀ ਆਦਿ ਬਾਰੇ ਪਿਆਰ ਦੇਖਣ ਨੂੰ ਮਿਲਦਾ ਹੈ। ਆਪ ਵੀ ਕਵਿਤਾ ਵਿੱਚ ਪੰਜਾਬੀ ਸੱਭਿਆਚਾਰ ਠਾਠਾਂ ਮਾਰਦਾ ਹੈ, ਜਿਵੇਂ ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸਾਹਾਂ ਦਾ ਹਿਸਾਬ ਕੱਟ ਕੇ, ਕੱਛੇ ਮਾਰ ਵੰਝਲੀ ਆਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਆਪ ਦੀ ਕਵਿਤਾ ਵਿੱਚ ਕੁਦਰਤ ਪ੍ਰਤੀ ਪਿਆਰ ਦੇਖਣ ਦੇ ਨਾਲ ਆਪ ਦਾ ਬੋਲੀ 'ਤੇ ਵੀ ਪੂਰਾ ਕਾਬੂ ਦੇਖਣ ਨੂੰ ਮਿਲਦਾ ਹੈ। ਆਪ ਨੇ ਛੰਦਾਂ ਦੀ ਵਰਤੋਂ ਵੀ ਬਹੁਤ ਸਹੀ ਢੰਗ ਨਾਲ ਕੀਤੀ ਹੈ। ਇਹ ਸੀ ਆਪਣਾ ਪਹਿਲਾ ਦੌਰ ਦੇ ਆਪਾਂ 3 ਕਵੀ ਲਏ ਹਨ। ਇਹਨਾਂ ਦਾ ਵਰਣਨ ਆਪਾਂ ਦੇਖਿਆ ਹੈ, ਸੁਣਿਆ ਹੈ। ਹੁਣ ਆਊਗਾ ਦੂਜਾ ਦੌਰ। ਦੂਜੇ ਦੌਰ ਦੇ ਵਿੱਚ ਪਹਿਲੇ ਕਵੀ ਆਉਣਗੇ ਪ੍ਰੋਫੈਸਰ ਮੋਹਨ ਸਿੰਘ। ਆਧੁਨਿਕ ਪੰਜਾਬੀ ਕਵਿਤਾ ਵਿੱਚ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਬਦਲਾਵ ਲੈ ਕੇ ਆਉਂਦੀ ਹੈ। ਆਪ ਦੀ ਕਵਿਤਾ ਵਿੱਚ ਰੋਮਾਂਟਿਕ ਭਾਵ, ਕੁਦਰਤ ਚਿੱਤਰਣ, ਦੇਸ਼ ਪਿਆਰ ਅਤੇ ਕ੍ਰਾਂਤੀਕਾਰੀ ਭਾਵਾਂ ਦਾ ਸੁੰਦਰ ਨਿਰੂਪਣ ਦੇਖਣ ਨੂੰ ਮਿਲਦਾ ਹੈ। ਪ੍ਰੋਫੈਸਰ ਮੋਹਨ ਸਿੰਘ ਨੇ
ਦੱਬੇ ਕੁਚਲੇ ਵਰਗ ਤੇ ਖੇਤੀ ਕਿਰਤੀ ਕਾਮਿਆਂ ਦੀ ਦਸ਼ਾ ਨੂੰ ਆਪਣੀ ਕਵਿਤਾ ਵਿੱਚ ਪ੍ਰਮੁੱਖ ਸਥਾਨ ਦਿੱਤਾ ਹੈ। ਪ੍ਰੋਫੈਸਰ ਮੋਹਨ ਸਿੰਘ ਦੇ ਪ੍ਰਸਿੱਧ ਕਾਵਿ ਸੰਗ੍ਰਹਿ ਚਾਰ ਹੰਝੂ, ਜੰਦਰੇ, ਆਵਾਜ਼ਾਂ, ਵੱਡਾ ਵੇਲਾ, ਕੱਚ ਸੱਚ ਅਤੇ ਪੰਜ ਪਾਣੀ ਆਦਿ ਹਨ। ਜਿਵੇਂ ਕਿ ਉਦਾਹਰਨ ਲਵਾਂਗੇ, ਨੀ ਅੱਜ ਕੋਈ ਆਇਆ ਸਾਡੇ ਵਿਹੜੇ, ਤੱਕਣ ਚੰਨ ਸੂਰਜ ਢੁੱਕ ਢੁੱਕ ਨੇੜੇ, ਲੱਸੇ ਨੀ ਉਹਦਾ ਮੱਥਾ ਤਾਰਿਆਂ ਵਾਂਗੂੰ, ਆਇਆ ਨੀ ਖੌਰੇ ਅੰਬਰ ਘੁੰਮ ਘੁੰਮ ਕਿਹੜੇ। ਰੋਮਾਂਟਿਕ ਪ੍ਰਵਿਰਤੀ ਨਾਲ ਸੰਬੰਧਿਤ ਉਸ ਦੀ ਕਵਿਤਾ ਦਾ ਉਦਾਹਰਨ ਉਪਰੋਕਤ ਅਨੁਸਾਰ ਹੈ। ਦੂਜੇ ਦੌਰ ਦੀ ਦੂਜੇ ਕਵਿੱਤਰੀ ਹਨ ਅੰਮ੍ਰਿਤਾ ਪ੍ਰੀਤਮ। ਅੰਮ੍ਰਿਤਾ ਪ੍ਰੀਤਮ ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਹੈ। ਸ਼ੁਰੂ 'ਚ ਤਾਂ ਉਸਨੇ ਸਟੇਜੀ ਕਵਿਤਾ ਹੀ ਲਿਖੀ। ਇਸ ਕਵਿਤਾ ਵਿੱਚ ਰੋਮਾਂਸਵਾਦੀ, ਆਦਰਸ਼ਵਾਦ ਤੇ ਪ੍ਰਗਤੀਵਾਦੀ ਭਾਵ ਦੇਖਣ ਨੂੰ ਮਿਲਦੇ ਹਨ। ਉਸ ਦੀ ਕਵਿਤਾ ਵਿੱਚ ਦੇਸ਼ ਵੰਡ ਦਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਇਸਤਰੀਆਂ ਦੇ ਹੱਕ ਲਈ ਵੀ ਉਸਨੇ ਜੁਝਾਰੂ ਕਿਸਮ ਦੀ ਕਵਿਤਾ ਲਿਖੀ। ਅੰਮ੍ਰਿਤਾ ਪ੍ਰੀਤਮ ਨੂੰ ਪੰਜਾਬ ਦੀ ਆਵਾਜ਼ ਕਿਹਾ ਜਾਂਦਾ ਹੈ। ਉਸ ਦੇ ਪ੍ਰਸਿੱਧ ਕਾਵਿ ਸੰਗ੍ਰਹਿ ਪੱਥਰ ਗੀਟੇ, ਲੰਬੀਆਂ ਵਾਟਾਂ, ਕਸਤੂਰੀ, ਕਾਗਜ਼ ਤੇ ਕੈਨਵਸ ਤੋਂ ਪਿੱਛੋਂ, ਸਰੰਗੀ ਵੇਲਾ ਆਦਿ ਹਨ। 1947 ਦੀ ਦੇਸ਼ ਵੰਡ ਦਾ ਵਰਣਨ ਉਸਨੇ ਇਸ ਤਰ੍ਹਾਂ ਕੀਤਾ, ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ। ਇਹ ਸੀ ਆਪਣੀ ਕਵਿੱਤਰੀ ਦੀ ਕਵਿਤਾ ਅੰਮ੍ਰਿਤਾ ਪ੍ਰੀਤਮ। ਦੂਜੇ ਦੌਰ ਦੇ ਤੀਜੇ ਕਵੀ ਹਨ ਬਾਵਾ ਬਲਵੰਤ। ਬਾਵਾ ਬਲਵੰਤ ਆਧੁਨਿਕ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਪੰਜਾਬੀ ਦਾ ਪ੍ਰਮੁੱਖ ਪ੍ਰਗਤੀਵਾਦੀ ਕਵੀ ਹੈ, ਪਰ ਉਸ ਦੀ ਰਚਨਾ ਵਿੱਚ ਰੋਮਾਂਸਵਾਦ ਦੀ ਵੀ ਛਾਇਆ ਹੋਇਆ ਹੈ। ਉਸ ਦੇ ਪ੍ਰਸਿੱਧ ਕਾਵਿ ਸੰਗ੍ਰਹਿ ਮਹਾਨਾਚ, ਅਮਰ ਗੀਤ, ਬੰਦਰਗਾਹਾਂ, ਜਵਾਲਾਮੁਖੀ ਆਦਿ ਹਨ। ਬਾਗੀ ਕਵਿਤਾ ਵਿੱਚ ਉਸਦੇ ਵਿਚਾਰ ਕ੍ਰਾਂਤੀਕਾਰੀ ਹਨ। ਜਿਵੇਂ ਮੈਂ ਬਾਗੀ ਮੈਂ ਆਕੀ, ਤੇਰਾ ਇੱਕ ਦਿਲ ਹੈ ਜਾਂ ਦੋ, ਉਸ ਦੀ ਇਹ ਪ੍ਰਸਿੱਧ ਕਵਿਤਾ ਹੈ। ਤੀਜਾ ਦੌਰ ਦੇ ਵਿੱਚ ਆਪਾਂ ਦੇਖਾਂਗੇ, ਇਸ ਦੌਰ ਵਿੱਚ ਪ੍ਰਗਤੀਵਾਦੀ ਕਵਿਤਾ ਦੇ ਨਾਲ ਨਾਲ ਪ੍ਰਯੋਗਵਾਦੀ ਲਹਿਰਾਂ ਦੀ ਵੀ ਹੋਂਦ ਵਿੱਚ ਆਈਆਂ। ਪ੍ਰਯੋਗਵਾਦੀ ਲਹਿਰਾਂ ਦਾ ਸਭ ਤੋਂ ਵੱਡਾ ਸਮਰਥਕ ਡਾਕਟਰ ਜਸਬੀਰ ਸਿੰਘ ਆਹਲੂਵਾਲੀਆ
ਹੈ। ਇਸ ਤੋਂ ਬਿਨਾਂ ਐਸ ਮਤਲਬ ਸਰਦਾਰ ਸੋਹਣ ਸਿੰਘ ਮੀਸਾ, ਰਵਿੰਦਰ ਰਵੀ, ਅਜਾਇਬ ਕਮਲ ਆਦਿ ਪ੍ਰਯੋਗਵਾਦੀ ਕਵੀ ਹਨ। ਇਹਨਾਂ ਵਿੱਚੋਂ ਡਾਕਟਰ ਹਰਿਭਜਨ ਸਿੰਘ ਸੁਹਜਵਾਦੀ ਕਵੀ ਤੇ ਉਸ ਦੀਆਂ ਕਵਿਤਾ ਕਾਵ ਰਚਨਾ ਲਾਸ਼ਾਂ ਅਤੇ ਮਹਿਕਾਂ ਨੂੰ ਜੰਦਰੇ ਨਾ ਮਾਰੀ ਵੇ ਤੇ ਨਾ ਧੁੱਪ ਤੇ ਨਾ ਛਾਂ ਆਦਿ ਪ੍ਰਮੁੱਖ ਹਨ। ਡਾਕਟਰ ਹਰਿਭਜਨ ਸਿੰਘ ਦੀ ਕਵਿਤਾ ਧਰਤੀ ਦੇ ਬੋਲ ਵਿੱਚੋਂ ਇੰਝ ਕਹਿੰਦਾ ਹੈ, ਧਰਤੀ ਦੇ ਬੋਲ ਦੋ ਪਲ ਕੋਲ ਖਲੋ ਵੇ ਰਾਹੀਆ ਦੋ ਪਲ ਕੋਲ ਖਰੋ। ਤੀਜੇ ਦੌਰ ਦੇ ਪਹਿਲੇ ਕਵੀ ਹਨ ਡਾਕਟਰ ਹਰਿਭਜਨ ਸਿੰਘ। ਡਾਕਟਰ ਹਰਿਭਜਨ ਸਿੰਘ ਸੁਹਜਵਾਦੀ ਕਾਵਿਧਾਰਾ ਦਾ ਮੋਢੀ ਹੈ। ਉਂਝ ਇਹ ਕਿਸੇ ਇੱਕ ਕਾਵਿਧਾਰਾ ਨਾਲ ਨਹੀਂ ਬੱਝਦਾ। ਨਾ ਧੁੱਪੇ ਨਾ ਛਾਵੇਂ, ਟੁੱਟੀਆਂ ਜੀਭਾਂ, ਅਪ੍ਰੇਣੀ ਸੜਕ ਦੇ ਸਫ਼ੇ ਤੇ, ਟੁੱਕੀਆਂ ਜੀਭਾਂ ਵਾਲੇ ਮੱਥੇ ਵਾਲਾ ਦੀਵਾ ਆਦਿ ਉਸ ਦੇ ਕਾਵਿ ਸੰਗ੍ਰਹਿ ਹਨ। ਉਸ ਦੀ ਕਵਿਤਾ ਦਾ ਨਮੂਨਾ ਇਸ ਤਰ੍ਹਾਂ ਹੈ। ਵੇ ਮੈਂ ਭਰੀ ਸੁਗੰਧੀਆਂ ਪਾਉਣ ਸੱਜਣ ਤੇਰੇ ਬੂਹੇ, ਵੇ ਤੂੰ ਇੱਕ ਵਾਰੀ ਤੱਕ ਲੈ ਕੌਣ ਸੱਜਣ ਤੇਰੇ ਬੂਹੇ, ਮੇਰੀ ਕਚੜੀ ਪਹਿਲ ਵਰਸੇ ਵਰੇਸ ਸੰਗ ਤੇਰਾ ਚਾਹੇ, ਮੇਰੇ ਸੁਚੱਜੜੇ ਦੇ ਕੇਸ ਅਣਵਾਹੇ। ਅਗਲਾ ਹੈ ਜੀ ਇਸ ਦੌਰ ਦੇ ਕਵੀ ਸ਼ਿਵ ਕੁਮਾਰ ਬਟਾਲਵੀ। ਸ਼ਿਵ ਕੁਮਾਰ ਬਟਾਲਵੀ ਨੂੰ ਬਿਰਹਾ ਦਾ ਸੁਲਤਾਨ ਕਰਕੇ ਜਾਣਿਆ ਜਾਂਦਾ ਹੈ। ਉਸ ਦੀਆਂ ਕਾਵਿ ਰਚਨਾਵਾਂ ਪੀੜਾਂ ਦਾ ਪਰਾਗਾ, ਆਟੇ ਦੀ ਚਿੜੀ, ਲਾਜਵੰਤ, ਲੂਣਾ ਅਤੇ ਮੈਨੂੰ ਵਿਦਾ ਕਰੋ ਆਦਿ ਪ੍ਰਮੁੱਖ ਹਨ। ਡਾਕਟਰ ਜਸਵੰਤ ਸਿੰਘ ਨੇਕੀ ਇਹ ਪ੍ਰਯੋਗਵਾਦੀ ਵੀ ਹੈ ਤੇ ਆਧੁਨਿਕ ਚਿੰਤਨ ਦਾ ਹਾਣੀ ਵੀ ਹੈ। ਉਸਨੇ ਮਨੋਵਿਗਿਆਨਿਕ ਕਵਿਤਾ ਵੀ ਲਿਖੀ ਹੈ। ਉਸ ਦੇ ਪ੍ਰਸਿੱਧ ਕਾਵਿ ਸੰਗ੍ਰਹਿ ਅਸਲੇ ਤੇ ਓਲੇ, ਇਹ ਮੇਰੇ ਸੰਸੇ, ਇਹ ਮੇਰੇ ਗੀਤ, ਗੀਤ ਮੇਰਾ ਸੁਹੇਲਾ ਤੇਰਾ ਆਦਿ ਹਨ। ਗਜ਼ਲ ਧਾਰਾ ਪ੍ਰੋਫੈਸਰ ਦੀਵਾਨ ਸਿੰਘ, ਸਾਧੂ ਸਿੰਘ ਹਮਦਰਦ, ਦਰਸ਼ਨ ਸਿੰਘ ਅਵਾਰਾ, ਸੁਰਜੀਤ ਪਾਤਰ ਅਤੇ ਪਰਮਿੰਦਰਜੀਤ ਸਿੰਘ ਆਦਿ ਹਨ। ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਆਧੁਨਿਕ ਪੰਜਾਬੀ ਕਵਿਤਾ ਦੀ ਇੱਕ ਬੜੀ ਲੰਬੀ ਤੇ ਵਿਕਸਿਤ ਪਰੰਪਰਾ ਹੈ। ਇਸ ਵਿੱਚ ਕਈ ਸਮੇਂ ਕਈ ਉਤਾਰ ਚੜ੍ਹਾਅ ਅਤੇ ਨਵੀਨ ਝੁਕਾਅ ਆਉਂਦੇ ਰਹੇ ਹਨ। ਹਰ ਕਵੀ ਨੇ ਸਮੇਂ ਦੀਆਂ ਲਹਿਰਾਂ ਅਨੁਸਾਰ ਕਵਿਤਾ ਲਿਖੀ। ਹੌਲੀ ਹੌਲੀ ਭਾਈ ਵੀਰ ਸਿੰਘ ਦਾ ਰਹੱਸਵਾਦੀ ਫਲਸਫਾ ਡਾਕਟਰ ਜਸਵੰਤ ਸਿੰਘ ਨੇਕੀ ਤੱਕ ਪਹੁੰਚਿਆ, ਪੂਰਨ ਸੁਰਜੀਤ ਹੋਇਆ। ਇਸ ਤਰ੍ਹਾਂ ਪੰਜਾਬੀ ਕਵਿਤਾ ਲਗਾਤਾਰ ਵਿਕਾਸ ਕਰ ਰਹੀ ਹੈ ਤੇ ਵਰਤਮਾਨ ਦੇ ਦੌਰ 'ਚ ਡਾਕਟਰ ਜਗਤਾਰ, ਡਾਕਟਰ ਹਰਿਭਜਨ ਅਤੇ ਸੁਰਜੀਤ ਪਾਤਰ ਆਦਿ ਕਾਵਿ ਖੇਤਰ ਦੇ ਸ਼ਲਾਘਾਯੋਗ ਕੰਮ ਕਰ ਰਹੇ ਹਨ। ਇਹ ਸੀ ਆਪਣੀ ਪੰਜਾਬੀ ਸਾਹਿਤ ਦੇ ਸੰਖੇਪ ਇਤਿਹਾਸ ਦੇ ਵਿੱਚ ਕਵਿਤਾ ਦਾ ਇਤਿਹਾਸ। ਇਹ ਆਪਣਾ ਵਿਸ਼ਾ 7 ਨੰਬਰ ਦਾ ਹੈ। ਬੋਰਡ ਦੀ ਪ੍ਰੀਖਿਆ ਦੇ ਵਿੱਚ ਇਸ ਨਾਲ ਇਹ ਪ੍ਰਸ਼ਨ 7 ਨੰਬਰ ਦਾ ਆਏਗਾ। ਇਹਨੂੰ ਤੁਸੀਂ ਸਾਹਿਤ ਦੇ ਰੂਪ ਤੇ ਰਸ ਤੇ ਉਹਦੇ ਨਾਲ ਹੀ ਨੋਟ ਕਰਨਾ ਹੈ। ਆਪਣਾ ਨਵਾਂ ਬਿੰਦੂ ਪੰਜਾਬੀ ਕਵਿਤਾ ਦਾ ਇਤਿਹਾਸ।
ਇਸ ਤੋਂ ਬਾਅਦ ਇਹਦਾ ਨਵਾਂ ਵਿਸ਼ਾ ਕਰਾਂਗੇ। ਧੰਨਵਾਦ।